ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਮਿੱਤ ਸਿੰਘ ਜੀ ਕਿਸ਼ਨਪੁਰ ਵਾਲੇ, ਉਹਨਾਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਉਹਨਾਂ ਦੇ ਘਟਨਾਕ੍ਰਮ ਦੀ ਇੱਕ ਸੰਖੇਪ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਸੰਤ ਬਾਬਾ ਮਿੱਤ ਸਿੰਘ ਜੀ ਕਿਸ਼ਨਪੁਰ ਵਾਲੇ ਬੰਗਾਲ ਦੀ ਧਰਤੀ ਦੇ ਉੱਤੇ ਫੌਜ ਵਿੱਚ ਹੁੰਦੇ ਸੀ, ਉਹਨਾਂ ਟਾਈਮਾਂ ਦੇ ਵਿੱਚ ਬੰਗਾਲ ਦੇ ਅੰਦਰ ਇੱਕ ਪਹਾੜ ਵਾ ਜਿਹਦਾ ਨਾਂ ਹੈ ਗੁੰਡ ਪਹਾੜ। ਉਸ ਗੁੰਡ ਪਹਾੜ ਦੇ ਉੱਤੇ ਬੜੇ ਇੱਕ ਚਮਤਕਾਰੀ ਘਟਨਾ ਚੱਕਰ ਦੇ ਤਹਿਤ ਮਹਾਂਪੁਰਖਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ ਸੀਗੇ, ਅਤੇ ਉੱਥੋਂ ਇਹ ਇਸ਼ਾਰਾ ਕੀਤਾ ਸੀ ਕਿ ਭਾਈ ਤੇਰੀ ਚੀਜ਼ ਮਸਤੂਆਂ ਨੇ। ਜਦ ਇਹ ਜਿਹੜਾ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ ਸੀਗਾ, ਫਿਰ ਭਾਈ ਮਿੱਤ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਸਿੱਧੇ ਫਿਰ ਉੱਥੋਂ ਸੰਗਰੂਰ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਆਏ ਸੀ। ਅਤੇ ਫਿਰ ਬਾਬਾ ਅਤਰ ਸਿੰਘ ਹੋਣਾ ਨੇ ਇਹਨਾਂ ਨੂੰ ਇਹ ਆਦੇਸ਼ ਦਿੱਤਾ ਸੀਗਾ ਕਿ ਤੁਸੀਂ ਹੈ ਨਾ ਕਿਸੇ ਵੀ ਇਕਾਂਤ ਜਗ੍ਹਾ ਨੂੰ ਲੱਭ ਕੇ ਉੱਥੇ ਜਾ ਕੇ 12 ਸਾਲ ਦਾ ਅਖੰਡ ਚੌਂਕੜਾ ਲਾਓ। ਸੋ ਫਿਰ ਮਹਾਂਪੁਰਖ ਜਿਹੜੇ ਸੀਗੇ ਇਸ ਦੁਆਬੇ ਦੀ ਧਰਤੀ 'ਤੇ ਆ ਗਏ। ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇੱਕ ਇਕਾਂਤ ਜਗ੍ਹਾ ਦੇਖੀ ਆ, ਜਿਸ ਜਗ੍ਹਾ ਦੇ ਵਿੱਚ ਬੈਠ ਕੇ ਫਿਰ ਇਹਨਾਂ ਨੇ 14 ਸਾਲ ਜਿਹੜਾ ਸੀਗਾ ਅਖੰਡ ਚੌਕੜਾ ਕੱਚੇ ਭੋਰੇ ਦੇ ਅੰਦਰ ਲਾਇਆ ਸੀਗਾ। ਅਤੇ ਆਲੇ ਦੁਆਲੇ ਜਿੰਨੇ ਵੀ ਜਿਹੜੇ ਸੀ ਪਿੰਡ ਸੀਗੇ ਜਾਂ ਇਲਾਕਾ ਸੀ, ਕਿਸੇ ਨੂੰ ਵੀ 14 ਸਾਲ ਕੋਈ ਖਬਰ ਨਹੀਂ ਲੱਗੀ ਕਿ ਇਸ ਬਹੁਤ ਭਿਆਨਕ ਮਲੇ ਦੇ ਵਿੱਚ ਕੋਈ ਮਹਾਂਪੁਰਖ ਜਿਹੜੇ ਆ 14 ਸਾਲ ਤੋਂ ਅਖੰਡ ਸਮਾਧੀ ਦੇ ਵਿੱਚ ਕੱਚੇ ਭੋਰੇ ਨੂੰ ਮੂਹਰੇ ਬੰਦ ਕਰਕੇ ਅੰਦਰ ਸਮਾਧੀ ਸਥਿਰ ਬੈਠੇ ਹੋਏ ਆ। ਸੋ ਇਹ ਜਿਹੜਾ ਇਲਾਕਾ ਸੀਗਾ, ਜਿਸ ਜਗ੍ਹਾ ਸੰਤ ਬਾਬਾ ਮਿੱਤ ਸਿੰਘ ਹੁਣਾਂ ਨੇ ਬੰਦਗੀ ਤਪੱਸਿਆ ਕੀਤੀ ਸੀ, ਇਸ ਇਲਾਕੇ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਤਾਂਤਰਿਕ ਸ਼ਕਤੀਆਂ ਦਾ ਆਪਣਾ ਬੜਾ ਬੋਲਬਾਲਾ ਹੁੰਦਾ ਸੀਗਾ। ਇਹ ਜਿਹੜੇ ਤਿੰਨੇ ਤਾਂਤਰਿਕ ਹੁੰਦੇ ਸੀਗੇ ਸ਼ਕਤੀਆਂ ਵਾਲੇ, ਇਹ ਆਪਣੇ ਬਲਪੂਰਵਕ ਦੇ ਨਾਲ ਇਸ ਇਲਾਕੇ ਦੇ ਵਿੱਚ ਆਪਣਾ ਦਬਦਬਾ ਬਣਾ ਚੁੱਕੇ ਸੀ। ਇਹਨਾਂ ਦੇ ਵਿੱਚੋਂ ਇੱਕ ਜਿਨ੍ਹਾਂ ਨੂੰ ਅੱਜ ਕੱਲ੍ਹ ਬਾਬਾ ਸਿੱਧ ਕਹਿੰਦੇ ਆ, ਦੂਸਰੇ ਇੱਕ ਪੀਰ ਹੋਏ ਮੁਸਲਮਾਨ ਜਿਨ੍ਹਾਂ ਨੂੰ ਨਿਆਮਤ ਬਲੀ ਆਖਦੇ ਆ, ਅਤੇ ਇੱਕ ਇਸੇ ਹੀ ਇਲਾਕੇ ਦੇ ਵਿੱਚ ਇੱਕ ਚੇਲਾ ਹੋਇਆ ਜਿਸ ਨੂੰ ਆਮ ਤੌਰ 'ਤੇ ਰੋੜੀ ਵਾਲਾ ਚੇਲਾ ਵੀ ਕਹਿ ਦਿੰਦੇ ਆ। ਸੋ ਬਾਬਾ ਮਿੱਤ ਸਿੰਘ ਹੁਣਾਂ ਨੇ 14 ਸਾਲ ਦੀ ਬੰਦਗੀ ਤੋਂ ਬਾਅਦ ਫਿਰ ਇੱਥੇ ਹੀ ਜਗ੍ਹਾ ਦੇ ਉੱਤੇ ਆਪਣਾ ਇੱਕ ਵੱਡਾ ਅਸਥਾਨ ਬਣਾਇਆ ਸੀਗਾ ਅਤੇ ਇੱਥੇ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ। ਸੋ ਇਹ ਜਿਹੜੇ ਤਿੰਨ ਤਾਂਤਰਿਕ ਸ਼ਕਤੀਆਂ ਵਾਲੇ ਜੋ ਪੁਰਖ ਸੀਗੇ, ਇਹਨਾਂ ਨੂੰ ਮਹਾਂਪੁਰਖਾਂ ਨੇ ਜਿਹੜਾ ਸੀਗਾ ਉਹ ਸਮੇਂ ਦੇ ਵਿੱਚ ਕਿਵੇਂ ਜਿਹੜਾ ਸੀਗਾ ਉਹਨਾਂ ਤਾਂਤਰਿਕ ਸ਼ਕਤੀਆਂ ਨੂੰ ਨਾਮ ਭਜਨ ਸਿਮਰਨ ਦੇ ਵੱਲ ਜੋੜ ਕੇ ਅਤੇ ਉਹਨਾਂ ਨੂੰ ਆਪਣਾ ਸਹੀ ਮਾਰਗ ਦਿਖਾਇਆ ਸੀਗਾ। ਆਓ ਦਾਸ ਨਾ ਸਭ ਤੋਂ ਪਹਿਲਾਂ ਬਾਬਾ ਸਿੱਧ ਜੀ ਦੀ ਗੱਲ ਕਰਦੇ ਹਾਂ। ਇਹ ਜਿਹੜੇ ਬਾਬਾ ਸਿੱਧ ਜੀ ਦੀ ਜਗ੍ਹਾ ਹੈਗੀ ਹੈ, ਇਹ ਇਸੇ ਹੀ ਮੇਨ ਰੋਡ ਦੇ ਉੱਤੇ ਆਉਂਦੀ ਆ। ਅਤੇ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਕੋਲ ਇੱਕ ਛੋਟੀ ਜਿਹੀ ਛੱਪੜੀ ਹੁੰਦੀ ਸੀ, ਤਾਂ ਉੱਥੇ ਇੱਕ ਮਿੱਟੀ ਦੀ ਢੇਰੀ ਲੱਗੀ ਹੁੰਦੀ ਸੀ। ਇਸ ਮਿੱਟੀ ਦੀ ਢੇਰੀ ਨੂੰ ਜਿਹੜੇ ਸਿਆਣੇ ਬੰਦੇ ਹੁੰਦੇ ਸੀਗੇ ਉਹ ਪੜਭੁੰਜੜਾਂ ਦੇ ਜਠੇਰੇ ਦੱਸਦੇ ਹੁੰਦੇ ਸੀ, ਅਤੇ ਇੱਥੇ ਜਿਹੜੇ ਸੀਗੇ ਕਦੇ ਕਦੇ ਬੱਕਰੇ ਦੀ ਬਲੀ ਵੀ ਜਿਹੜੇ ਲੋਕੀ ਦਿੰਦੇ ਹੁੰਦੇ ਸੀ। ਸੋ ਇਸ ਜਗ੍ਹਾ ਦੀ ਜਿਹੜੀ ਦਹਿਸ਼ਤ ਸੀ ਉਹ ਇੰਨੀ ਜ਼ਿਆਦਾ ਹੁੰਦੀ ਸੀ ਲੋਕਾਂ ਦੇ ਮਨਾਂ ਦੇ ਵਿੱਚ ਕਿ ਕੋਈ ਵੀ ਜਿਹੜਾ ਵਿਅਕਤੀ ਸੀ ਰਾਤ ਕੀ ਦਿਨ ਨੂੰ ਵੀ ਇਸ ਜਗ੍ਹਾ ਤੋਂ ਲੰਘ ਨਹੀਂ ਸੀ ਸਕਦਾ, ਕਿਉਂਕਿ ਜੋ ਨਾਲ ਦਾ ਪਿੰਡ ਕਾਲਾ ਬੱਕਰਾ ਹੁੰਦਾ ਸੀਗਾ, ਉੱਥੋਂ ਜਿੰਨੇ ਵੀ ਕਿਸ਼ਨਪੁਰ ਦੇ ਲੋਕੀ ਹੁੰਦੇ ਸੀਗੇ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕਿਸ਼ਨਪੁਰ ਵਿੱਚ ਕੋਈ ਵੀ ਕਰਿਆਨੇ ਦੀ ਦੁਕਾਨ ਨਹੀਂ ਸੀ ਹੁੰਦੀ, ਇਸ ਕਰਕੇ ਸੌਦਾ ਲੈਣ ਕਾਲੇ ਬੱਕਰੇ ਜਾਂਦੇ ਹੁੰਦੇ ਸੀ। ਅਤੇ ਰਸਤੇ ਦੇ ਵਿੱਚ ਜਗ੍ਹਾ ਪੈਣ ਕਰਕੇ ਜਿੰਨੇ ਵੀ ਜਿਹੜੇ ਬੱਚੇ ਹੁੰਦੇ ਸੀ ਇਸ ਜਗ੍ਹਾ ਤੋਂ ਜਾਂ ਤਾਂ ਦੂਰੋਂ ਜਾਂਦੇ ਹੁੰਦੇ ਸੀ, ਜਾਂ ਅਗਰ ਕੋਲੋਂ ਦੀ ਵੀ ਲੰਘਣਾ ਹੋਵੇ ਤਾਂ ਬੜੇ ਦੌੜ ਕੇ ਲੰਘਦੇ ਹੁੰਦੇ ਸੀ। ਐਸੀ ਇਸ ਜਗ੍ਹਾ ਦੀ ਦਹਿਸ਼ਤ ਹੁੰਦੀ ਸੀ, ਕਿਉਂਕਿ ਇਸ ਜਗ੍ਹਾ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹਨ ਪੁਰਾਣੇ ਲੋਕਾਂ ਵਿੱਚ ਪ੍ਰਚਲਿਤ ਹੈਗੀਆਂ। ਇਹਦੇ ਵਿੱਚੋਂ ਕਿਸ਼ਨਪੁਰ ਦੇ ਉਹਨਾਂ ਟਾਈਮਾਂ ਦੇ ਵਿੱਚ ਮੁਸਲਮਾਨ ਇੱਕ ਤੇਲੀਆਂ ਦਾ ਘਰ ਹੁੰਦਾ ਸੀਗਾ। ਇਹ ਜਿਹੜੇ ਤੇਲੀਆਂ ਦਾ ਘਰ ਹੁੰਦਾ ਸੀਗਾ, ਇਹ ਤੇਲੀਆਂ ਦੇ ਘਰ ਦੇ ਵਿੱਚ 3 ਭਰਾ ਹੁੰਦੇ ਸੀ। ਇੱਕ ਦਾ ਨਾਂ ਹੁੰਦਾ ਸੀ ਮਾੜਾ, ਦੂਸਰੇ ਦਾ ਨਾਂ ਹੁੰਦਾ ਸੀ ਝੰਡਾ, ਅਤੇ ਤੀਸਰੇ ਦਾ ਨਾਂ ਹੁੰਦਾ ਸੀ ਮੱਧੂ। ਸੋ ਇੱਕ ਵਾਰ ਹੈ ਨਾ ਇਸੇ ਹੀ ਬਾਬਾ ਸਿੱਧ ਦੇ ਉੱਤੇ ਕਿਸੇ ਪ੍ਰੇਮੀ ਨੇ ਇੱਕ ਉਹ ਸੰਤਰੇ ਰੱਖ ਕੇ ਹੈ ਨਾ ਚੜਾਵਾ ਝਾੜਿਆ, ਭੇਟਾ ਕੀਤੀ ਤੋਂ ਚਲਾ ਗਿਆ। ਇਹਦੇ ਵਿੱਚੋਂ ਇਹਨਾਂ ਮੁਸਲਮਾਨ ਤੇਲੀਆਂ ਦੇ ਵਿੱਚੋਂ ਜਿਹੜਾ ਇਹਨਾਂ ਦਾ ਵੱਡਾ ਭਰਾ ਮਾੜਾ ਸੀਗਾ, ਇਸ ਮਾੜੇ ਨੇ ਜਾ ਕੇ ਨਾ ਉਸ ਜਗ੍ਹਾ ਦੇ ਉੱਤੋਂ ਇੱਕ ਸੰਤਰਾ ਜਿਹੜਾ ਸੀ ਉਹ ਚੁੱਕ ਕੇ ਖਾਣਾ ਸ਼ੁਰੂ ਕਰ ਦਿੱਤਾ। ਹਜੇ ਉਹ ਸੰਤਰਾ ਅੱਧਾ ਹੀ ਖਾਧਾ ਸੀਗਾ ਕਿ ਮਾੜੇ ਨੂੰ ਜਿਹੜਾ ਸੀਗਾ ਇਸ ਜਗ੍ਹਾ ਦੇ ਵਿੱਚ ਇਹਨਾਂ ਤਾਂਤਰਿਕ ਸ਼ਕਤੀਆਂ ਨੇ ਜਿਹੜਾ ਸੀ ਉਹ ਘੇਰ ਲਿਆ। ਜਦ ਉਹਨਾਂ ਨੇ ਘੇਰ ਲਿਆ ਹੈਗਾ ਅਤੇ ਇਹ ਮਾੜਾ ਜਿਹੜਾ ਸੀ ਇਹ ਬੜੀ ਮੁਸ਼ਕਿਲ ਦੇ ਨਾਲ ਆਪਣੇ ਪਿੰਡ ਕਿਸ਼ਨਪੁਰ ਪਹੁੰਚਿਆ ਸੀਗਾ। ਪਰ ਜਿਉਂ ਕਿਸ਼ਨਪੁਰ ਪਹੁੰਚਿਆ ਹੈਗਾ, ਉਸ ਟਾਈਮ ਇਸ ਜਗ੍ਹਾ ਦੀਆਂ ਜਿਹੜੀਆਂ ਭਿਆਨਕ ਸ਼ਕਤੀਆਂ ਸੀ ਉਹਨਾਂ ਨੇ ਮਾੜੇ ਨੂੰ ਆਲੇ ਦੁਆਲੇ ਘੇਰਾ ਪਾ ਲਿਆ।
ਜਦ ਘੇਰਾ ਪਾਇਆ ਹੈ ਤਾਂ ਫਿਰ ਮਾੜੇ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ। ਜਦ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਉਸ ਟਾਈਮ ਜਿਹੜਾ ਸਾਰਾ ਪਿੰਡ ਸੀਗਾ ਕੋਠਿਆਂ 'ਤੇ ਚੜ੍ਹ ਕੇ ਦੇਖਣ ਲੱਗਾ। ਉਹਦੇ ਵਿੱਚ ਉਹ ਜਿਹੜਾ ਮਾੜਾ ਸੀਗਾ ਉਹ ਦੱਸਦਾ ਸੀਗਾ ਕਿ ਮੈਂ ਅੱਧਾ ਸੰਤਰਾ ਖਾ ਲਿਆ ਹੈਗਾ। ਅੱਧਾ ਸੰਤਰਾ ਖਾ ਲੈਣ ਦੇ ਨਾਲ ਇਹਨਾਂ ਤਾਂਤਰਿਕ ਸ਼ਕਤੀਆਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈਗਾ ਅਤੇ ਮੇਰੇ ਤੋਂ ਸੰਤਰਾ ਮੰਗਦੀਆਂ ਹੈ। ਪਰ ਮੁਸਲਮਾਨ ਮਾੜੇ ਦੇ ਜਿੰਨੇ ਵੀ ਘਰ ਵਾਲੇ ਸੀ ਉਹਨਾਂ ਨੇ ਮਿੰਨਤਾਂ ਤਰਲੇ ਕੀਤੇ ਕਿ ਹੁਣ ਅਸੀਂ ਸੰਤਰਾ ਤੁਹਾਨੂੰ ਕਿੱਥੋਂ ਲਿਆ ਕੇ ਦੇਈਏ। ਅਲਾਵਲਪੁਰ ਜੇ ਅਸੀਂ ਜਾਂਦੇ ਹਾਂ ਤਾਂ ਫਿਰ ਸੰਤਰਾ ਲਿਆਉਣ ਨੂੰ ਟਾਈਮ ਲੱਗਦਾ ਹੈਗਾ। ਪਰ ਕਿਉਂਕਿ ਬਾਬੇ ਸਿੱਧ ਦੀ ਜਿਹੜੀ ਅੰਦਰ ਇੰਨੀ ਕ੍ਰੋਧਤਾ ਸੀਗੀ, ਇੰਨੀ ਜੋ ਮਨ ਦੇ ਵਿੱਚ ਸੰਤਰਾ ਖਾਣ ਦੇ ਪ੍ਰਤੀ ਨਫ਼ਰਤ ਸੀਗੀ, ਉਸ ਨੇ ਫਿਰ ਮਾੜੇ ਦੀ ਜਾਨ ਲੈ ਕੇ ਹੀ ਉਸ ਨੂੰ ਛੱਡਿਆ ਸੀਗਾ। ਸੋ ਜਦੋਂ ਮਾੜਾ ਸੀਗਾ ਜਦ ਦਿਨੇ ਚੀਕਾਂ ਮਾਰਦਾ ਰਿਹਾ, ਉਸ ਤੋਂ ਬਾਅਦ ਸ਼ਾਮ ਨੂੰ ਉਹਦੀ ਮੌਤ ਹੋ ਗਈ ਸੀ। ਇਹ ਜਿਹੜੀ ਘਟਨਾ ਸੀਗੀ ਇਹ ਮੁਸਲਮਾਨ ਪਰਿਵਾਰ ਕਿਸ਼ਨਪੁਰ ਦੇ ਨਾਲ ਹੋਈ ਸੀ। ਦੂਸਰੀ ਘਟਨਾ ਵੀ ਇਹਦੇ ਨਾਲ ਸੰਬੰਧਿਤ ਹੈਗੀ ਆ ਕਿ ਇੱਕ ਇੱਥੇ ਦੀ ਬੀਬੀ ਹੈ ਜਿਹਦਾ ਨਾਂ ਸੀਗੀ ਹਰਖੋ। ਇਹ ਜਿਹੜੀ ਹਰਖੋ ਬੀਬੀ ਹੁੰਦੀ ਸੀਗੀ ਇਹ ਦਾਈ ਦਾ ਕੰਮ ਕਰਦੀ ਹੁੰਦੀ ਸੀ ਅਤੇ ਇਹ ਚੰਦੂ ਦੀ ਮਾਂ ਹੁੰਦੀ ਸੀਗੀ। ਅਤੇ ਇਹ ਬੀਬੀ ਜਿਹੜੀ ਸੀ ਇੱਕ ਵਾਰ ਜਦ ਇਸ ਜਗ੍ਹਾ ਕੋਲੋਂ ਦੀ ਲੰਘੀ ਆ, ਅਚਨਚੇਤ ਇਹਨੇ ਇਸ ਛੱਪੜੀ ਦੇ ਵਿੱਚੋਂ ਹੈ ਨਾ ਜਿਹੜੀ ਮਿੱਟੀ ਆ ਉਹ ਮਿੱਟੀ ਥੋੜ੍ਹੀ ਪੱਟ ਕੇ ਤਾਂ ਆਪਣੇ ਲਹਾਂਡੇ ਦੇ ਵਿੱਚ ਭਰ ਲਈ ਤਾਂ ਜੋ ਘਰ ਜਾ ਕੇ ਉਹ ਲੋਹ ਅਤੇ ਜਿਹੜਾ ਚੁੱਲ੍ਹਾ ਹੈਗਾ ਉਸ ਦਾ ਲੇਪਨ ਕਰ ਸਕੇ। ਪਰ ਉਹਨੂੰ ਇਹਦੇ ਬਾਰੇ ਐਡਾ ਜ਼ਿਆਦਾ ਗਿਆਨ ਨਹੀਂ ਸੀ। ਜਦੋਂ ਇਹ ਹਰਖੋ ਬੀਬੀ ਜਿਹੜੀ ਸੀਗੀ ਇਹ ਮਿੱਟੀ ਪੱਟ ਕੇ ਸਿਰ ਦੇ ਉੱਤੇ ਜਦ ਲਹਾਂਡਾ ਲਿਜਾ ਕੇ ਪਿੰਡ ਲਿਜਾ ਰਹੀ ਸੀ ਤਾਂ ਅਚਨਚੇਤ ਜਿਹੜਾ ਸੀਗਾ ਬਾਬਾ ਸਿੱਧ ਅਤੇ ਇਹਦੇ ਨਾਲ ਦੀਆਂ ਜਿੰਨੀਆਂ ਵੀ ਹੋਰ ਬਲਾਵਾਂ ਸੀਗੀਆਂ ਉਹਨਾਂ ਨੇ ਇਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਅਚਨਚੇਤ ਬਾਬਾ ਮਿੱਤ ਸਿੰਘ ਹੁਣ ਜਿਹੜੇ ਉਸ ਟਾਈਮ ਇਸ ਅਸਥਾਨ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸੀ, ਅਚਨਚੇਤ ਬਾਹਰ ਨਿਕਲੇ। ਜਦ ਬਾਹਰ ਨਿਕਲੇ ਤਾਂ ਉਹਨਾਂ ਦੀ ਨਜ਼ਰ ਜਿਹੜੀ ਸੀ ਹੈ ਨਾ ਇਸ ਬੀਬੀ ਹਰਖੋ 'ਤੇ ਪਈ। ਜਦ ਹਰਖੋ 'ਤੇ ਪਈ ਤਾਂ ਮਹਾਂਪੁਰਖਾਂ ਨੇ ਦੇਖਿਆ ਕਿ ਪਿੱਛੇ ਬੜੀਆਂ ਭਿਆਨਕ ਸ਼ਕਤੀਆਂ ਇਹਦਾ ਪਿੱਛਾ ਕਰ ਰਹੀਆਂ ਹੈਗੀਆਂ। ਜਿਵੇਂ ਮਾੜੇ ਤੇਲੇ ਨੂੰ ਘੇਰ ਕੇ ਇਹਨਾਂ ਸ਼ਕਤੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਸ਼ਕਤੀਆਂ ਸੀਗੀਆਂ ਇਹ ਹਰਖੋ ਦੇ ਪਿੱਛੇ ਪੈ ਗਈਆਂ ਕਿ ਇਹਨੇ ਸਾਡੀ ਜਗ੍ਹਾ ਦੇ ਵਿੱਚੋਂ ਮਿੱਟੀ ਪੱਟ ਕੇ ਘਰ ਨੂੰ ਕਿਉਂ ਲੈ ਕੇ ਆਉਂਦੀ ਹੈ। ਇਹ ਦੇਖਦੇ ਹੀ ਫਿਰ ਬਾਬਾ ਮਿੱਤ ਸਿੰਘ ਹੁਣਾਂ ਨੇ ਬਾਬੇ ਸਿੱਧ ਨੂੰ ਉਸ ਟਾਈਮ ਬੜਾ ਜ਼ਬਰਦਸਤ ਦਬਕਾ ਮਾਰਿਆ ਅਤੇ ਇਹ ਵੀ ਕਿਹਾ ਸੀ, ਕਹਿੰਦੇ ਖਬਰਦਾਰ ਅੱਗੇ ਤੁਸੀਂ ਇਹਦਾ ਪਿੱਛਾ ਕੀਤਾ ਤਾਂ। ਜਦ ਇੰਨੀ ਗੱਲ ਹੋਈ ਸੀ ਤਾਂ ਜਾ ਕੇ ਬਾਬੇ ਸਿੱਧ ਅਤੇ ਇਹਦੇ ਨਾਲ ਦੇ ਜਿਹੜੀਆਂ ਤਾਂਤਰਿਕ ਸ਼ਕਤੀਆਂ ਦੇ ਬਸ਼ਿੰਦੇ ਸੀਗੇ ਉਹ ਰੁਕੇ ਸੀ। ਅਤੇ ਬਾਬੇ ਸਿੱਧ ਨੇ ਆਖਿਆ ਸੀਗਾ ਕਿ ਇਸ ਬੀਬੀ ਨੂੰ ਅਸੀਂ ਕਿਹਾ ਸੀਗਾ ਕਿ ਤੂੰ ਇਸ ਅਸਥਾਨ ਤੋਂ ਮਿੱਟੀ ਪੱਟ ਕੇ ਲੈ ਕੇ ਆ ਅਤੇ ਅਸੀਂ ਇਸ ਲੰਗਰ ਦੇ ਚੁੱਲ੍ਹੇ ਚੌਂਕੇ 'ਤੇ ਲਾਉਣੀ ਆ। ਤਾਂ ਜਾ ਕੇ ਇਹਨਾਂ ਨੇ ਹੈ ਨਾ ਇਸ ਹਰਖੋ ਬੀਬੀ ਦਾ ਪਿੱਛਾ ਛੱਡਿਆ ਸੀਗਾ। ਇਸੇ ਤਰ੍ਹਾਂ ਇੱਕ ਕਰਮਾ ਇਸ ਪਿੰਡ ਦਾ ਹੁੰਦਾ ਸੀ ਜਿਹਨੂੰ ਉਹ ਹੰਸੂ ਦਾ ਪਿਤਾ ਵੀ ਆਖਦੇ ਆ। ਸੋ ਇਹ ਜਿਹੜਾ ਕਰਮਾ ਸੀਗਾ ਇੱਕ ਵਾਰ ਜਦ ਮੁਕੇਰੀਆਂ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਉੱਥੇ ਝੋਨਾ ਝਾੜਦੇ ਹੁੰਦੇ ਸੀ ਅਤੇ ਇੱਕ ਬੋਰਾ ਝੋਨੇ ਦਾ ਭਰ ਕੇ ਜਦ ਆਇਆ ਸੀਗਾ ਅਤੇ ਸਿਰ 'ਤੇ ਝੋਨਾ ਲੱਦਿਆ ਸੀਗਾ ਅਤੇ ਰਾਤ ਨੂੰ ਜਦੋਂ ਇਸ ਸਥਾਨ ਤੋਂ ਲੰਘਿਆ ਤਾਂ ਇਹਨੂੰ ਬਾਬੇ ਸਿੱਧ ਨੇ ਜਿਹੜਾ ਸੀ ਉਹ ਪਕੜ ਲਿਆ ਸੀਗਾ। ਜਦ ਪਕੜ ਲਿਆ ਸੀ ਤਾਂ ਇੰਨੀ ਗੱਲ ਆਖੀ ਸੀ ਕਿ ਤੁਸੀਂ ਸਾਨੂੰ ਰਾਤ ਨੂੰ ਵੀ ਸੌਣ ਨਹੀਂ ਦਿੰਦੇ। ਜਦੋਂ ਉਸ ਨੂੰ ਫੜ ਕੇ ਉਹਦੀਆਂ ਜਿਹੜੀਆਂ ਸੀ ਲੱਤਾਂ ਦੋਨੇ ਪਾਸੇ ਖਿੱਚ ਕੇ ਜਿਹੜੀਆਂ ਸੀਗੀਆਂ ਉਹ ਬੜੇ ਜ਼ੋਰ ਦੇ ਨਾਲ ਝਟਕਾ ਦਿੱਤਾ ਸੀਗਾ ਅਤੇ ਫਿਰ ਜਿਹੜੇ ਸੀਗੇ ਇਹ ਕਰਮੇ ਦੀਆਂ ਚੀਕਾਂ ਨਿਕਲ ਗਈਆਂ ਸੀ ਅਤੇ ਇਹ ਬੁਰੀ ਤਰ੍ਹਾਂ ਭੈਭੀਤ ਹੋ ਗਿਆ ਸੀਗਾ। ਫਿਰ ਜਦੋਂ ਇਹ ਬੜੀ ਮੁਸ਼ਕਿਲ ਦੇ ਨਾਲ ਘਰ ਪਹੁੰਚਿਆ ਸੀਗਾ ਪਰ ਇਹਨੂੰ ਬੁਖਾਰ ਹੋ ਗਿਆ ਸੀ। ਪਰ ਜਿੰਨੇ ਵੀ ਜਿਹੜੇ ਸੀਗੇ ਇਹ ਕਰਮੇ ਦੇ ਘਰ ਵਾਲੇ ਇਹ ਬਾਬਾ ਸਿੱਧ ਗਏ ਸੀ, ਉੱਥੇ ਜਾ ਕੇ ਇਹਨਾਂ ਨੇ ਬਾਬੇ ਦੀ ਜਿਹੜੀ ਸੀ ਉਹ ਮਿਹਨਤ ਤਰਲਾ ਉਹਨਾਂ ਟਾਈਮਾਂ ਦੇ ਵਿੱਚ ਕੀਤਾ ਸੀਗਾ। ਪਰ ਫਿਰ ਵੀ ਜਿਹੜਾ ਸੀਗਾ ਦੱਸਦੇ ਜਾ ਵੀ ਕਰਮੇ ਦੀ ਮੌਤ ਵੀ ਜਿਹੜੀ ਸੀ ਇਹ ਇੱਥੇ ਕਰਕੇ ਹੋਈ ਸੀ। ਸੋ ਇਸ ਤਰ੍ਹਾਂ ਹਨ ਇੱਕ ਭਾਈ ਪਿਆਰਾ ਸਿੰਘ ਜੀ ਹੋਏ ਆ। ਜਿਹੜੇ ਭਾਈ ਪਿਆਰਾ ਸਿੰਘ ਹੁੰਦੇ ਸੀ ਇਹ ਦੱਸਦੇ ਸੀਗੇ ਦਾਸ ਨੂੰ ਕਿ ਮੈਂ ਵੀ ਹਨ ਪਠਾਨਕੋਟ ਤੋਂ ਆਇਆ ਸੀ ਇੱਕ ਵਾਰ। ਜਦ ਪਠਾਨਕੋਟ ਤੋਂ ਕਾਲੇ ਬੱਕਰੇ ਰੇਲਵੇ ਸਟੇਸ਼ਨ 'ਤੇ ਉਤਰਿਆ, ਇੱਥੋਂ ਕਹਿੰਦੇ ਮੈਂ ਤੁਰ ਕੇ ਜਦ ਕਿਸ਼ਨਪੁਰ ਜਾਣ ਲੱਗਾ ਤਾਂ ਰਾਹ ਦੇ ਵਿੱਚ ਕਿਉਂਕਿ ਇਸੇ ਹੀ ਬਾਬੇ ਸਿੱਧ ਦੀ ਜਿਹੜੀ ਜਗ੍ਹਾ ਪੈਂਦੀ ਹੈਗੀ ਆ ਅਤੇ ਕਹਿੰਦੇ ਉਹ ਯਕਦਮ ਜਿਹੜਾ ਸੀ ਉਹ ਜਗ੍ਹਾ 'ਚੋਂ ਬਾਹਰ ਨਿਕਲ ਕੇ ਉਹਨੇ ਮੈਨੂੰ ਘੇਰ ਲਿਆ। ਜਦ ਘੇਰਿਆ ਤਾਂ ਕਹਿੰਦੇ ਮੈਨੂੰ ਪੁੱਛਣ ਲੱਗਾ ਵੀ ਤੂੰ ਕਿੱਥੋਂ ਆਇਆ ਹੈਗਾ। ਕਹਿੰਦੇ ਮੈਂ ਆਖਿਆ ਵੀ ਮੈਂ ਪਠਾਨਕੋਟ ਤੋਂ ਆਇਆ। ਕਹਿੰਦੇ ਤੂੰ ਉੱਥੇ ਕੀ ਕਰਦਾ। ਕਹਿੰਦੇ ਮੈਂ ਕਿਹਾ ਵੀ ਮੈਂ ਉੱਥੇ ਹੈ ਨਾ ਕੰਮ ਕਰਦਾ ਹੈਗਾ ਆਪਣਾ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦਾ ਮੈਨੂੰ ਉਹ ਕਹਿਣ ਲੱਗਾ ਕਿ ਤੂੰ ਹੁਣ ਕਿੱਥੇ ਚੱਲਣਾ ਰਾਤ ਨੂੰ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਮੇਰੇ ਅੰਦਰ ਹੈ ਨਾ ਯਕਦਮ ਗੱਲ ਫੁਰ ਗਈ ਤਾਂ ਮੈਂ ਇਹ ਕਹਿਤਾ ਕਿ ਮੈਂ ਹੈ ਨਾ ਬਾਬਾ ਮਿੱਤ ਸਿੰਘ ਹੁਣਾਂ ਦੇ ਅਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਉਹ ਪਿੱਛੇ ਹਟ ਗਿਆ ਕਿਉਂਕਿ ਬਾਬਾ ਮਿੱਤ ਸਿੰਘ ਹੁਣਾਂ ਦਾ ਜਿਹੜਾ ਇਹ ਤਾਂਤਰਿਕ ਸ਼ਕਤੀਆਂ ਵਾਲੇ ਜਿੰਨੇ ਵੀ ਬਸ਼ਿੰਦੇ ਸੀਗੇ ਬਹੁਤ ਜ਼ਿਆਦਾ ਭੈ ਮੰਨਦੇ ਹੁੰਦੇ ਸੀ, ਇਸ ਕਰਕੇ ਇਹਨੇ ਸਾਰੇ ਪਿੱਛੇ ਹਟ ਗਏ ਸੀਗੇ। ਇਸ ਤਰ੍ਹਾਂ ਇੱਕ ਹੈ ਨਾ ਪੀਰ ਨਿਆਮਤ ਵਲੀ ਦੀ ਜਗ੍ਹਾ ਹੈਗੀ ਹੈ ਇਸ ਇਲਾਕੇ ਦੇ ਵਿੱਚ। ਇਸ ਨੂੰ ਵੀ ਲੋਕ ਜਿਹੜੇ ਆ ਅੱਜ ਵੀ ਬਹੁਤ ਮੰਨਦੇ ਆ, ਲੇਕਿਨ ਇਹਨੇ ਵੀ ਆਪਣੀ ਜਿਹੜੀ ਹੈ ਨਾ ਦਹਿਸ਼ਤ ਸੀ ਉਹਨਾਂ ਟਾਈਮਾਂ ਦੇ ਵਿੱਚ ਬਲਪੂਰਵਕ ਲੋਕਾਂ ਦੇ ਹਿਰਦਿਆਂ ਦੇ ਉੱਤੇ ਪਾ ਰੱਖੀ ਸੀਗੀ। ਕਿਉਂਕਿ ਇੱਥੇ ਇੱਕ ਜਗ੍ਹਾ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਜਿਹਨੂੰ ਬੜਾ ਮਲਾ ਆਖਦੇ ਸੀ। ਉਸ ਬੜੇ ਮਲੇ ਦੇ ਵਿੱਚੋਂ ਜਿੰਨੇ ਵੀ ਉਹਨਾਂ ਟਾਈਮਾਂ ਦੇ ਵਿੱਚ ਭੂਤ ਪ੍ਰੇਤ ਹੁੰਦੇ ਸੀਗੇ ਉਹ ਤਕਰੀਬਨ ਰਾਤ ਨੂੰ 12 ਵਜੇ ਜਥੇ ਦੇ ਰੂਪ ਦੇ ਵਿੱਚ ਨਿਕਲਦੇ ਹੁੰਦੇ ਸੀ ਅਤੇ
ਪੁਰਾਤਨ ਜਿਹੜੇ ਆਦਮੀ ਹੈਗੇ ਦੱਸਦੇ ਆ ਕਿ ਉਸ ਟਾਈਮ ਢੋਲਕੀਆਂ ਛੈਣੇ ਬਾਜਾਂ ਦੇ ਰੂਪ ਦੇ ਵਿੱਚ ਰਾਤ ਨੂੰ ਜਾਂਦੇ ਹੁੰਦੇ ਸੀ। ਅਤੇ ਹੌਲੀ ਹੌਲੀ ਕਹਿੰਦੇ ਫਿਰ ਜਾ ਕੇ ਇੱਕ ਕਿਸ਼ਨਪੁਰ ਦੀ ਬੋਹੜ ਹੈਗੀ ਪੁਰਾਣੀ ਜਿਹੜੀ ਅਜੇ ਵੀ ਖੜੀ ਆ, ਉੱਥੋਂ ਫਿਰ ਹੋ ਕੇ ਤਾਂ ਸਿੱਧੇ ਜਿਹੜੇ ਸੀਗੇ ਉਹ ਨਿਆਮਤ ਬਲੀ ਦੇ ਪਾਸ ਜਾਂਦੇ ਹੁੰਦੇ ਸੀ। ਸੋ ਜਿਹੜਾ ਨਿਆਮਤ ਬਲੀ ਸੀਗਾ ਇਹ ਵੀ ਬਹੁਤ ਵੱਡਾ ਤਾਂਤਰਿਕ ਸ਼ਕਤੀਆਂ ਵਾਲਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਇਸ ਦਾ ਵੀ ਜਿਹੜਾ ਸੀਗਾ ਬੜਾ ਦਬਦਬਾ ਹੁੰਦਾ ਸੀਗਾ। ਅਗਰ ਕੋਈ ਵੀ ਆਦਮੀ ਜਿਹੜਾ ਸੀਗਾ ਇਹਦੇ ਅਸਥਾਨ 'ਤੇ ਆ ਕੇ ਥੋੜ੍ਹੀ ਜਿਹੀ ਬਹੁਤੀ ਵੀ ਕੋਈ ਕਰਾਹੀ ਗਲਤੀ ਕਰ ਲੈਂਦਾ ਸੀ ਤਾਂ ਉਸ ਨੂੰ ਇਹ ਢਾਹ ਲੈਂਦਾ ਸੀਗਾ। ਸੋ ਉਹਨਾਂ ਟਾਈਮਾਂ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਇੱਥੇ ਵੀ ਵਾਪਰੀਆਂ ਹੈਗੀਆਂ। ਅਤੇ ਇਹਦੇ ਵਿੱਚੋਂ ਇੱਕ ਭਾਈ ਕੇਵਲ ਸਿੰਘ ਹੋਏ ਆ, ਉਹ ਦੱਸਦੇ ਆ ਕਿ ਇਸੇ ਹੀ ਜਿਹੜਾ ਨਿਆਮਤ ਬਲੀ ਨੇ ਕਹਿੰਦੇ ਮੈਨੂੰ ਵੀ ਜਿਹੜਾ ਸੀਗਾ ਇੱਕ ਵਾਰ ਮੇਰੀ ਗਲਤੀ ਕਾਰਨ ਮੈਨੂੰ ਢਾਹ ਲਿਆ ਸੀਗਾ। ਅਤੇ ਇੱਕ ਉਹਨਾਂ ਟਾਈਮਾਂ ਦੇ ਵਿੱਚ ਛੋਟਾ ਜਿਹਾ ਬੱਚਾ ਹੈਗਾ ਜਿਹਦਾ ਨਾਮ ਉਹਨਾਂ ਟਾਈਮਾਂ 'ਚ ਸੁੱਖਾ ਹੁੰਦਾ ਸੀਗਾ, ਉਸ ਨੇ ਵੀ ਇਸ ਜਗ੍ਹਾ ਦੇ ਨਜ਼ਦੀਕ ਪਿਸ਼ਾਬ ਕਰ ਦਿੱਤਾ ਸੀ। ਇਸ ਨੂੰ ਵੀ ਨਿਆਮਤ ਬਲੀ ਨੇ ਫੜ ਲਿਆ ਸੀਗਾ। ਜਦੋਂ ਫੜ ਲਿਆ ਸੀਗਾ ਅਤੇ ਇਸ ਦੇ ਫਿਰ ਘਰ ਦੇ ਜਿਹੜੇ ਸੀਗੇ ਇਹ ਬਾਬਾ ਅਮਿਤ ਸਿੰਘ ਹੁਣਾਂ ਦੇ ਪਾਸ ਲੈ ਕੇ ਆਏ ਸੀ। ਅਤੇ ਫਿਰ ਬਾਬਾ ਅਮਿਤ ਸਿੰਘ ਹੁਣਾਂ ਨੇ ਇਸ ਨੂੰ ਪੁੱਛਿਆ ਸੀਗਾ ਕਿ ਤੂੰ ਇਸ ਨੂੰ ਕਿਉਂ ਪਕੜਿਆ ਹੈਗਾ। ਤਾਂ ਫਿਰ ਉਹ ਨਿਆਮਤ ਬਲੀ ਨੇ ਆਖਿਆ ਸੀਗਾ ਕਿ ਇਹਨੇ ਮੇਰੀ ਜਿਹੜੀ ਜਗ੍ਹਾ ਹੈਗੀ ਉੱਥੇ ਪਿਸ਼ਾਬ ਕੀਤਾ ਹੈਗਾ, ਇਸ ਕਰਕੇ ਮੈਂ ਇਹਨੂੰ ਪਕੜਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਇਹ ਛੋਟਾ ਜਿਹਾ ਬੱਚਾ ਹੈਗਾ, ਇਹਨੂੰ ਜਗ੍ਹਾ ਦਾ ਕੀ ਪਤਾ ਕਿ ਕੌਣ ਕਿਹੜੀ ਜਗ੍ਹਾ ਹੈਗੀ, ਕਿਹੜੀ ਪਵਿੱਤਰ ਅਤੇ ਕਿਹੜੀ ਅਪਵਿੱਤਰ ਹੈ। ਇਸ ਕਰਕੇ ਤੂੰ ਇਸ ਬੱਚੇ ਨੂੰ ਕਿਉਂ ਫੜਿਆ, ਇਸ ਨੂੰ ਛੱਡ ਦੇ। ਅਗਰ ਤੂੰ ਛੱਡ ਦੇਊਂਗਾ ਤਾਂ ਠੀਕ ਆ, ਨਹੀਂ ਤਾਂ ਤੇਰਾ ਸਾਰਾ ਅਸਥਾਨ ਜਿਹੜਾ ਅਸੀਂ ਹੁਣੇ ਢਾਹ ਕੇ ਲਾਂਬੇ ਪੱਧਰਾ ਕਰ ਦਿਆਂਗੇ। ਜਦ ਇਹ ਜਿਹੜਾ ਵੱਡਾ ਦਬਕਾ ਸੀ ਬਾਬਾ ਮਿਸ ਉਹਨਾਂ ਨੇ ਮਾਰਿਆ ਸੀਗਾ, ਤਾਂ ਫਿਰ ਜਾ ਕੇ ਜਿਹੜਾ ਸੀਗਾ ਉਹ ਬੱਚਾ ਜਿਹਦਾ ਨਾਂ ਸੁੱਖਾ ਸੀਗਾ ਉਸ ਨੂੰ ਫਿਰ ਨਿਆਮਤ ਬਲੀ ਨਹੀਂ ਛੱਡਿਆ ਸੀਗਾ। ਇਸੇ ਤਰ੍ਹਾਂ ਇੱਥੇ ਇੱਕ ਰੂੜੀ ਵਾਲਾ ਚੇਲਾ ਆਖਦੇ ਆ, ਇਹ ਜਿਹੜਾ ਰੂੜੀ ਵਾਲਾ ਚੇਲਾ ਸੀਗਾ ਇਹਦਾ ਤਾਂ ਬਹੁਤ ਜ਼ਿਆਦਾ ਇਸ ਇਲਾਕੇ ਦੇ ਵਿੱਚ ਦਹਿਸ਼ਤ ਸੀਗੀ ਉਹਨਾਂ ਟਾਈਮਾਂ 'ਚ, ਕਿਉਂਕਿ ਬਹੁਤ ਵੱਡਾ ਤਾਂਤਰਿਕ ਹੁੰਦਾ ਸੀਗਾ। ਇਹ ਜਿਹੜਾ ਤਾਂਤਰਿਕ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਜਦ ਇਹ ਕਿਸੇ ਦੇ ਖੂਹ ਦੇ ਉੱਤੇ ਜਿੱਥੇ ਬੇਰਣਾ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਗੰਨੇ ਦਾ ਗੁੜ ਬਣਾਉਂਦੇ ਹੁੰਦੇ ਸੀ ਜ਼ਿਮੀਂਦਾਰ, ਅਗਰ ਇਹ ਉੱਥੇ ਚਲਾ ਜਾਂਦਾ ਸੀਗਾ ਅਤੇ ਜਾਂਦੇ ਸਾਰ ਕਿਸੇ ਨੇ ਇਹਦਾ ਸਤਿਕਾਰ ਨਹੀਂ ਕੀਤਾ, ਇਸ ਨੂੰ ਮੰਜਾ ਨਹੀਂ ਦਿੱਤਾ, ਅਤੇ ਉਹਦਾ ਜਿਹੜਾ ਬੇਲਣਾ ਵਗਦਾ ਹੁੰਦਾ ਸੀਗਾ ਉਹ ਉਸੇ ਟਾਈਮ ਖੜਾ ਹੋ ਜਾਂਦਾ ਸੀ। ਅਗਰ ਇਹਦਾ ਨਾਂ ਨਹੀਂ ਲਿਆ ਕਿ ਤੁਸੀਂ ਆ ਕੇ ਸਾਡਾ ਤੱਤਾ ਗੁੜ ਖਾ ਲਓ, ਅਤੇ ਜਦ ਇਸ ਦਾ ਗੁੜ ਖਾਣ ਦਾ ਨਾਂ ਨਹੀਂ ਲੈਂਦੇ ਸੀ ਅਤੇ ਚੋਭਾ ਜਿਹੜਾ ਇਹ 'ਚ ਗੁੜ ਕੱਢਦੇ ਹੁੰਦੇ ਉਹਦੇ ਥੱਲੋਂ ਜਿਹੜੀ ਅੱਗ ਸੀ ਉਹ ਉਸੇ ਟਾਈਮ ਬਲਣੀ ਬੰਦ ਹੋ ਜਾਂਦੀ ਸੀ। ਸੋ ਇਹਦਾ ਗੁੱਸਾ ਤਾਂ ਇੱਥੋਂ ਤੱਕ ਸਿਖਰਾਂ 'ਤੇ ਸੀਗਾ ਕਿ ਅਗਰ ਇਹ ਬਾਹਰ ਨਿਕਲਦਾ ਸੀਗਾ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੂਰੇ ਇਲਾਕੇ ਦੇ ਵਿੱਚ ਕਰਫਿਊ ਲੱਗ ਗਿਆ ਹੁੰਦਾ, ਕਿਉਂਕਿ ਕੋਈ ਵੀ ਬੱਚਾ ਜਿਹੜਾ ਸੀਗਾ ਕਿਤੇ ਇਹਦੀ ਟੇਢੀ ਨਜ਼ਰ ਦੇ ਵਿੱਚ ਆ ਜਾਂਦਾ ਸੀ, ਸ਼ਾਮ ਨੂੰ ਬੱਚਾ ਜਿਹੜਾ ਸੀਗਾ ਉਹ ਖ਼ਤਮ ਹੋ ਜਾਂਦਾ ਸੀਗਾ। ਇਹਦੀ ਐਸੀ ਦਹਿਸ਼ਤ ਹੁੰਦੀ ਸੀ ਉਹਨਾਂ ਟਾਈਮਾਂ 'ਚ। ਸੋ ਪਿੰਡ ਦੇ ਜਿਹੜੇ ਪੁਰਾਣੇ ਬਜ਼ੁਰਗ ਉਹ ਦੱਸਦੇ ਹੁੰਦੇ ਸੀਗੇ ਦਾਸ ਨੂੰ ਕਿ ਇੱਕ ਵਾਰ ਕੀ ਹੋਇਆ ਕਿ ਇਸ ਨੇ ਕਿਸੇ ਖੇਤਾਂ ਦੇ ਵਿੱਚ ਮੋਠ ਬੀਜੇ ਹੁੰਦੇ ਸੀ। ਜਦ ਮੋਠ ਬੀਜੇ ਹੁੰਦੇ ਸੀ ਤਾਂ ਇਸ ਨੇ ਇੱਕ ਦੋ ਬੰਦਿਆਂ ਨੂੰ ਕਿਹਾ ਕਿ ਮੇਰੇ ਖੇਤਾਂ ਵਿੱਚੋਂ ਮੋਠ ਵੱਢ ਕੇ ਅਤੇ ਮੇਰੇ ਘਰ ਛੱਡੋ। ਪਰ ਜਿਹੜੇ ਆਦਮੀ ਸੀ ਕੋਈ ਡਰਦੇ ਇਹਦੇ ਖੇਤਾਂ 'ਚ ਮੋਠ ਵੱਢਣ ਨਹੀਂ ਗਏ, ਅਤੇ ਇਹਨੇ ਦੱਸਦੇ ਕਿ ਰਾਤੋਂ ਰਾਤ ਜਿਹੜੇ ਮੋਠ ਸੀਗੇ ਉਹ ਭੂਤਾਂ ਨੂੰ ਸੱਦ ਕੇ ਉਹਨਾਂ ਤੋਂ ਵਢਾ ਲਏ ਸੀਗੇ। ਐਡਾ ਵੱਡਾ ਤਾਂਤਰਿਕ ਸੀਗਾ ਕਿ ਇਹਨਾਂ ਭੂਤ ਪ੍ਰੇਤਾਂ ਨੂੰ ਸੱਦ ਕੇ ਆਪਣੇ ਖੇਤ ਦੇ ਵਿੱਚੋਂ ਮੋਠ ਵਢਾ ਕੇ ਜਿਹੜੇ ਸੀ ਆਪਣੇ ਘਰ ਸੱਟ ਲਏ ਸੀਗੇ। ਅਤੇ ਇੱਥੋਂ ਤੱਕ ਵੀ ਜਾਣੀ ਕਿ ਇੱਕ ਸੱਜਣ ਦੱਸਦੇ ਸੀਗੇ ਕਿ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਮਿਸਤਰੀ ਜਿਹੜਾ ਇਹਦੇ ਘਰ ਕੰਮ ਕਰਨ ਆਇਆ ਸੀਗਾ, ਉਸਨੇ 2-4 ਦਿਨ ਇਹਦੇ ਘਰ ਦੇ ਵਿੱਚ ਜਿਹੜਾ ਸੀ ਕੰਮ ਕੀਤਾ ਸੀ। ਪਰ ਜਦੋਂ ਪੈਸਾ ਲੈਣ ਗਿਆ ਅਤੇ ਇਸਨੇ ਕਿਹਾ ਕਿ ਤੈਨੂੰ ਪੈਸਾ ਚਾਹੀਦਾ ਹੈ, ਤਾਂ ਉਸਨੇ ਕਿਹਾ ਕਿ ਹਾਂਜੀ ਮੈਂ ਮਿਹਨਤ ਕੀਤੀ ਆ, ਤੁਸੀਂ ਮੈਨੂੰ ਮੇਰੀ ਦਿਹਾੜੀ ਦੇ ਦਿਓ। ਜਦ ਇੰਨੀ ਗੱਲ ਹੋਈ ਸੀ ਤਾਂ ਇਸ ਨੇ ਉਸੇ ਟਾਈਮ ਜ਼ਮੀਨ 'ਤੇ ਚਮਟਾ ਮਾਰਿਆ ਸੀ ਅਤੇ ਉਹਨੂੰ ਹਵਾ ਦੇ ਵਿੱਚ ਧੁੱਪੇ ਖੜਾ ਕਰ ਦਿੱਤਾ ਸੀਗਾ। ਜਦ ਹਵਾ 'ਚ ਧੁੱਪੇ ਖੜਾ ਕਰ ਦਿੱਤਾ ਸੀ ਉਹ ਵਿਚਾਰਾ ਡਰਦਾ ਚੀਕਾਂ ਮਾਰੇ, ਅਤੇ ਉਹਨੂੰ ਕਹਿੰਦਾ ਵੀ ਜਦ ਤੱਕ ਤੂੰ ਜਿਹੜਾ ਹੈਗਾ ਮੇਰੇ ਤੋਂ ਪੈਸੇ ਮੰਗੂਗਾ ਤੇਰੀ ਇਹੀ ਸਜ਼ਾ ਹੈਗੀ ਆ ਕਿ ਤੂੰ ਇਸੇ ਹੀ ਧੁੱਪ ਦੇ ਵਿੱਚ ਸੜ ਕੇ ਮਰੂੰਗਾ। ਪਰ ਉਹਨੇ ਬਹੁਤ ਜ਼ਿਆਦਾ ਤਰਲੇ ਕੀਤੇ ਕਿ ਮੈਂ ਮੁੜ ਕੇ ਕਦੀ ਤੇਰੇ ਤੋਂ ਪੈਸਾ ਨਹੀਂ ਮੰਗਦਾ, ਮੈਨੂੰ ਮਿਹਨਤ ਵਾਲੀ ਗੱਲ ਆ, ਹੇਠਾਂ ਤਾਰ ਲਾ। ਫਿਰ ਇਸ ਨੇ ਜਾ ਕੇ ਕਿਤੇ 2-3 ਘੰਟਿਆਂ ਬਾਅਦ ਉਹਨੂੰ ਛੱਡਿਆ ਸੀਗਾ। ਐਸੇ ਪੁਰਾਣੀਆਂ ਸ਼ਕਤੀਆਂ ਵਾਲੇ ਜਿਹੜੇ ਤਾਂਤਰਿਕ ਸੀਗੇ ਇਸ ਇਲਾਕੇ ਦੇ ਵਿੱਚ ਨਿਵਾਸ ਕਰਦੇ ਹੁੰਦੇ ਸੀ। ਪਰ ਬਾਬਾ ਮਿਸੂ ਹੁਣਾਂ ਦੇ ਸਦਕੇ ਇਹ ਜਿਹੜਾ ਇਲਾਕਾ ਸੀਗਾ ਇਹ ਇਹਨਾਂ ਤਾਂਤਰਿਕਾਂ ਤੋਂ ਫਿਰ ਆਜ਼ਾਦ ਹੋ ਗਿਆ ਸੀ। ਲੋਕਾਂ ਦੇ ਅੰਦਰ ਜਿਹੜਾ ਖੌਫ ਸੀਗਾ ਇਹਨਾਂ ਦੇ ਪ੍ਰਤੀ ਉਹ ਹੌਲੀ ਹੌਲੀ ਜਿਹੜਾ ਸੀਗਾ ਉਹ ਪੂਰੀ ਤਰ੍ਹਾਂ ਘੱਟ ਗਿਆ ਸੀ, ਕਿਉਂਕਿ ਇਸ ਜਗ੍ਹਾ ਦੇ ਵਿੱਚ ਜਦੋਂ ਬਾਬਾ ਮਿਸੂ ਹੁਣੀ ਆਏ ਸੀਗੇ, ਬਾਬਾ ਮਿਸੂ ਹੁਣਾਂ ਦੇ ਆਉਣ ਦੇ ਨਾਲ ਸੰਗਤਾਂ ਦਾ ਬਹੁਤ ਭਾਰਾ ਜਿਹੜਾ ਬੋਲਬਾਲਾ ਹੋ ਗਿਆ ਸੀ। ਸੰਤ ਬਾਬਾ ਅਤਰ ਸਿੰਘ ਮਸਤੂਆਂ ਨੇ ਅਕਸਰ ਜਿਹੜੇ ਸੀਗੇ ਜਦ ਇਹਨਾਂ ਦੇ ਪਾਸ ਕੇ ਪਿੰਡ ਕਿਸ਼ਨਪੁਰ ਹੁੰਦੇ ਸੀ ਉਸ ਟਾਈਮ ਬਾਹਰੋਂ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਦਾ ਜਿੰਨਾ ਵੀ ਜਿਹੜਾ ਭੀੜ ਹੁੰਦੀ ਸੀ ਇਹਨਾਂ ਦੇ ਦਰਸ਼ਨਾਂ ਦੇ ਵਾਸਤੇ ਉਹ ਇੱਥੇ ਇਕੱਤਰ ਹੁੰਦੀ ਸੀ, ਅਤੇ ਬੜਾ ਭਾਰੀ ਲੰਗਰ ਅਤੇ ਦੀਵਾਨ ਲੱਗਦੇ ਸੀ ਉਹਨਾਂ ਟਾਈਮਾਂ 'ਚ, ਜਿਹਦੀ ਬਦੌਲਤ ਫਿਰ ਇਹ ਜਿਹੜੀਆਂ ਸ਼ਕਤੀਆਂ ਸੀਗੀਆਂ ਇਹ ਸਮਾਂ ਪਾ ਕੇ ਫਿਰ ਹੌਲੀ ਹੌਲੀ ਸ਼ਾਂਤ ਹੋ ਗਈਆਂ ਸੀ।
ਪਰ ਅੱਜ ਵੀ ਇਹਨਾਂ ਅਸਥਾਨਾਂ ਦੇ ਉੱਤੇ ਜਿਹੜੀ ਉਹ ਸੰਗਤ ਹੈ ਜ਼ਰੂਰ ਜਾਂਦੀ ਆ, ਪਰ ਹੁਣ ਉਹ ਪਹਿਲੇ ਵਾਲਾ ਖੌਫ ਨਹੀਂ ਆ, ਕਿਉਂਕਿ ਸਾਰੀ ਜਿਹੜੀ ਕਿਰਪਾ ਹੈਗੀ ਆ ਇਹ ਬਾਬਾ ਮੇਸੂ ਹੁਣਾਂ ਦੀ ਤਪੱਸਿਆ ਦੇ ਕਾਰਨ ਇਸ ਇਲਾਕੇ ਦੇ ਵਿੱਚ ਹੋਈ ਆ। ਇਸ ਇਲਾਕੇ ਦੇ ਵਿੱਚ ਫਿਰ ਸਿੱਖੀ ਦਾ ਪ੍ਰਚਾਰ ਹੋਇਆ ਹੈ ਅਤੇ ਬਾਬਾ ਮੇਸੂ ਹੁਣੀ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਆਪਣੇ ਇਲਾਕੇ ਦੇ ਜਿੰਨੇ ਵੀ ਜਿਹੜੇ ਹੈਗੇ ਉਹ ਗੁਰਸਿੱਖ ਭਾਈ ਆ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਨਾਲ ਜੋੜਦੇ ਸੀਗੇ ਅਤੇ ਉਹਨਾਂ ਦਾ ਲੋਕ ਅਤੇ ਪਰਲੋਕ ਸੇਲਾ ਕਰਦੇ ਸੀ। ਸੋ ਦਾਸ ਉਹਨਾਂ ਦੇ ਘਟਨਾਕ੍ਰਮ ਦੀ ਇੰਨੀ ਕੁ ਵਿਆਖਿਆ ਜਿਹੜੀ ਆ ਆਪ ਜੀ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।